ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਛਿਪਰੋ, ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋਹਲਾ ਹਰਾ, ਭਇਓ ਗੁਣੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੁਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰਿਆ, ਉਹ ਕਰ ਕਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਵਡ ਭਾਗਾ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੁਮ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾकुर ਦੇਸਾ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ
ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਕਰੋ ਰਸਨਾ ਪਵਿੱਤਰ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੌੜੀ ਰਾਗ ਅੰਦਰ ਦਰਜ ਸ਼ਬਦਾਂ ਦੇ ਦਰਸ਼ਨ ਇਸ ਮੁਕੱਦਸ ਸਥਾਨ ਤੇ ਵਿਚਾਰ ਰੂਪ ਅਸੀਂ ਕਰ ਰਹੇ ਹਾਂ। ਔਰ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪਾਠ ਦੇ ਦਰਸ਼ਨ, ਪਾਠ ਦੀ ਵਿਚਾਰ, ਪੋਥੀ ਪੁਰਾਣ ਕਮਾਈਐ, ਭਉਵੱਟੀ ਇਤ ਤਨ ਪਾਈਐ, ਸੱਚ ਬੂਝਨ ਆਣ ਜਲਾਈਐ। ਜੇ ਇਸ ਪੋਥੀ ਸਾਹਿਬ ਦੇ ਬਚਨਾਂ ਦੀ ਵਿਚਾਰ ਕੀਤੀ ਜਾਏ ਔਰ ਇਹ ਵਿਚਾਰ ਨੂੰ ਸਪਰਸ਼ ਕੀਤਾ ਜਾਏ ਮਨ ਉੱਤੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ ਹੈ ਤੇ ਗਿਆਨ ਰੂਪੀ ਚਾਨਣ ਦਾ ਪ੍ਰਕਾਸ਼ ਹੁੰਦਾ ਹੈ। 6ਵਾਂ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੌੜੀ ਰਾਗ ਦਾ ਜਿਹੜਾ ਅੱਜ ਵਿਚਾਰ ਅਧੀਨ ਹੈ, ਉਹਦੀ ਵਿਚਾਰ ਆਰੰਭੀਏ। ਇੱਕ ਵਾਰੀ ਮਨੋਬਿਰਤੀਆਂ ਇਕਾਗਰ ਕਰਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਮਹੱਲਾ 9ਵਾਂ। ਕਉ ਮਾਈ ਭੂਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੈ। ਰਹਾਉ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੌੜੀ ਰਾਗ ਦਾ ਇਹ 6ਵਾਂ ਸ਼ਬਦ ਹੈ। ਕੁੱਲ ਗੌੜੀ ਰਾਗ ਦੇ ਵਿੱਚ 9ਵੇਂ ਪਾਤਸ਼ਾਹ ਦੇ 9 ਹੀ ਸ਼ਬਦ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਬੇਨਤੀ ਕਰਦੇ ਨੇ ਕਿ ਦੁਨੀਆ ਦੇ ਲੋਕੋ, ਹਾਂ ਬੇਨਤੀ ਹੀ ਹੈ ਦੁਨੀਆ ਦੇ ਲੋਕਾਂ ਅੱਗੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ ਉਹ ਸ਼ਬਦਾਵਲੀ ਬਹੁਤ ਜ਼ਿਆਦਾ ਸਤਿਕਾਰਯੋਗ ਹੈ। ਔਰ ਉਹਦਾ ਕੱਲ ਵੀ ਜ਼ਿਕਰ ਕੀਤਾ ਸੀ, ਸਾਧੋ ਇਹ ਮਨ, ਕਿਉਂਕਿ ਕੱਲ ਦੇ ਸ਼ਬਦ ਦੇ ਵਿੱਚ ਅਸੀਂ ਮਨ ਬਾਬਤ ਪੜ੍ਹਿਆ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਇਹ ਮਨ ਕਾਬੂ ਨਹੀਂ ਆਉਂਦਾ। ਤੇ ਅੱਜ ਵੀ ਮਹਾਰਾਜ ਜੀ ਕਹਿੰਦੇ ਕਿ ਇਸ ਮਨ ਬਾਬਤ ਕਉ ਮਾਈ ਦਾ ਮਤਲਬ ਕੋਈ ਮਾਂ, ਭਾਵ ਕਿ ਮੇਰੀ ਮਾਂ, ਕਿ ਕੋਈ ਮੈਨੂੰ ਇਹ ਦੱਸੇ, ਭੂਲਿਓ ਮਨ ਸਮਝਾਵੈ। ਇਹ ਭੂਲਿਆ ਮਨ ਕਿਵੇਂ ਸਮਝਾਇਆ ਜਾਏ? ਕੱਲ ਵਿਚਾਰਿਆ ਸੀ, ਸਾਧੋ ਗੋਬਿੰਦ ਕੇ ਗੁਣ ਗਾਵੋ, ਪਰ ਗੋਬਿੰਦ ਦੇ ਗੁਣ ਗਾਉਣ ਲੱਗਿਆਂ ਇਹ ਮਨ ਨਹੀਂ ਟਿਕਦਾ। ਬਾਣੀ ਪੜਨ ਲੱਗਿਆਂ ਇਹ ਮਨ ਨਹੀਂ ਟਿਕਦਾ। ਗੁਰੂ ਕੀ ਸੰਗਤ, ਬਾਣੀ ਦੇ ਵਿਚਾਰ ਕੀਰਤਨ ਦੇ ਵਿੱਚ ਇਹ ਮਨ ਨਹੀਂ ਟਿਕਦਾ, ਮਨ ਭੁੱਲਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਕੱਲ ਵੀ ਵਿਚਾਰ ਕੀਤੀ ਸੀ ਕਿ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁਖ ਰੂਪ ਮਾਇਆ ਦੀ ਚਕਾਚੌਂਧ ਦੇ ਵਿੱਚ ਮਨ ਬਹੁਤ ਟਿਕਦਾ ਹੈ। ਕਦੀ ਇਹ ਕਿਸੇ ਨੇ ਨਹੀਂ ਕਿਹਾ ਕਿ ਮੈਂ ਸਾਰਾ ਦਿਨ ਬਾਜ਼ਾਰ ਦੇ ਵਿੱਚ ਫਿਰਿਆ, ਮੇਰਾ ਮਨ ਨਹੀਂ ਲੱਗਿਆ। ਨਹੀਂ ਕਿਹਾ, ਨਹੀਂ ਕਿਹਾ। ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਅੱਜ ਦੁਕਾਨ ਦੇ ਵਿੱਚ ਬੈਠਾ, ਮੈਂ ਵਪਾਰ ਕੀਤਾ, ਮੈਂ ਅੱਜ ਸੌਦਾ ਕੀਤਾ, ਪਰ ਮੇਰਾ ਮਨ ਨਹੀਂ ਲੱਗਿਆ। ਨਹੀਂ, ਮਨ ਬਹੁਤ ਲੱਗਿਆ। ਨਾ ਕਦੀ ਕਿਸੇ ਨੇ ਕਿਹਾ ਕਿ ਮੈਂ ਅੱਜ ਪੈਸੇ ਗਿਣੇ, ਮੇਰੇ ਪੈਸੇ ਗਿਣਦਿਆਂ ਮਨ ਨਹੀਂ ਲੱਗਿਆ।
ਕਦੀ ਇਸ ਤਰ੍ਹਾਂ ਨਹੀਂ ਹੋਇਆ। ਜਦ ਮਾਇਆ ਦਾ ਪਸਾਰਾ ਜਾਂ ਮਾਇਆ ਦਾ ਸੁਭਾਅ ਜਾਂ ਮਾਇਆ ਦੇ ਕਾਰਜ ਕਰਨੇ ਨੇ ਤੇ ਮਨ ਆਮ ਨਾਲੋਂ ਵੀ ਡੂੰਘਾ ਲਾਇਆ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਵਪਾਰ ਦੇ ਵਿੱਚ ਕਿਸੇ ਨੇ ਨਹੀਂ ਕਿਹਾ ਹੋਏਗਾ ਕਿ ਪੈਸੇ ਗਿਣਨ ਲੱਗਿਆ ਮਨ ਨਹੀਂ ਲੱਗਦਾ। ਸਾਰੀ ਸਾਰੀ ਉਮਰ ਗਿਣੇ ਨੇ। ਪਰ ਇਹੀ ਕਿਉਂ ਅਕਸਰ ਖਿਆਲ ਹੁੰਦਾ ਹੈ ਕਿ ਗਿਆਨੀ ਜੀ ਬਾਣੀ ਪੜ੍ਹਨ ਲੱਗਿਆ ਮਨ ਨਹੀਂ ਲੱਗਦਾ, ਸ਼ਬਦ ਵਿਚਾਰ ਸੁਣਨ ਲੱਗਿਆ ਮਨ ਨਹੀਂ ਲੱਗਦਾ, ਕੀਰਤਨ ਵਿੱਚ ਮਨ ਨਹੀਂ ਲੱਗਦਾ, ਸੰਗਤ ਵਿੱਚ ਮਨ ਨਹੀਂ ਲੱਗਦਾ। ਮਾਇਆ ਦਾ ਪਸਾਰਾ ਹੀ ਇਹ ਹੈ। ਹਾਂ, ਮਾਇਕੀ ਕੰਮ ਜਿੰਨੇ ਵੀ ਦੁਨਿਆਵੀ ਕੰਮ ਨੇ ਉਹਦੇ ਵਿੱਚ ਆਮ ਨਾਲੋਂ ਵੀ ਡੂੰਘਾ ਮਨ ਲਾ ਕੇ ਕਾਰਜ ਕੀਤਾ ਜਾਂਦਾ ਹੈ, ਕਿਤੇ ਹਿਸਾਬ ਕਿਤਾਬ ਗਲਤ ਨਾ ਹੋ ਜਾਏ। ਪਰ ਪਾਠ ਦਾ ਕੀ ਹੈ, ਬਾਣੀ ਦਾ ਕੀ ਹੈ? ਗੁਟਕਾ ਫੜਿਆ ਜੋ ਮਰਜ਼ੀ ਸੋਚੀ ਜਾ ਰਿਹਾ, ਜ਼ੁਬਾਨ ਪੜ੍ਹੀ ਜਾ ਰਹੀ ਹੈ, ਠੀਕ ਹੈ, ਹੋ ਰਿਹਾ ਪਾਠ। ਇਸੀ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਸਮਝਾਉਂਦੇ ਹੈ। ਕਉ ਮਾਈ ਭੂਲਿਓ ਮਨ ਸਮਝਾਵੇ। ਇਸ ਮਨ ਨੂੰ ਇਉਂ ਸਮਝਾਈਏ ਕਿ ਦੁਨੀਆ ਦੇ ਸਾਰੇ ਕਾਰਜ ਕਰਨ ਲੱਗਿਆ ਇਹਦਾ ਮਨ ਟਿਕ ਜਾਂਦਾ ਹੈ, ਪਰ ਜਿਸ ਵੇਲੇ ਇਹ ਬੰਦਗੀ, ਬਾਣੀ, ਨਾਮ, ਵੇਦ, ਸ਼ਾਸਤਰ, ਇਹ ਪੁਰਾਣ, ਇਹਨਾਂ ਗੱਲਾਂ, ਇਹਨਾਂ ਰਸਤਿਆਂ ਤੇ ਆਉਂਦਾ ਹੈ ਤੇ ਮਨ ਸੁਣ ਕੇ ਵੀ ਨਹੀਂ ਟਿਕਦਾ। ਵੇਦ, ਪੁਰਾਣ, ਸਾਧ, ਮਗ ਸੁਣ ਕਰ, ਮਗ ਕਹਿੰਦੇ ਰਸਤਾ, ਸਾਧ ਦਾ ਮਾਰਗ, ਤੇ ਮਹਾਰਾਜ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਕੋਈ ਵਿਰਲਾ ਇਸ ਮਾਰਗ ਤੇ ਤੁਰਦਾ ਹੈ, ਨਹੀਂ ਤੇ ਮਨ ਭੁੱਲਿਓ ਹੈ, ਮਨ ਮੇਰੀ ਮੇਰੀ ਕਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕੋਈ ਵਿਰਲਾ ਹੈ ਜਿਹੜਾ ਤੇਰੀ ਤੇਰੀ ਕਰਦਾ ਹੈ, ਜਿਹੜਾ ਸੰਤ ਕਾ ਮਾਰਗ ਧਰਮ ਕੀ ਪੌੜੀ ਤੇ ਤੁਰਦਾ ਹੈ, ਨਹੀਂ ਤੇ ਮੇਰੀ ਮੇਰੀ ਕਰਤੇ ਹੋ ਜਨਮ ਗਇਓ। ਨਹੀਂ ਤੇ ਸਾਰਾ ਜਨਮ ਮੇਰੀ ਮੇਰੀ ਕਰਦੇ ਗਵਾ ਲਿਆ। ਇਹ ਮੇਰੀ ਮਾਂ ਕੋਈ ਦੱਸੇ। ਕਉ ਮਾਈ ਭੂਲਿਓ ਮਨ ਸਮਝਾਵੇ। ਤੇ ਮਾਂ ਦਾ ਜ਼ਿਕਰ ਬੜੀ ਵਾਰ ਆਇਆ ਬਾਣੀ ਦੇ ਵਿੱਚ। ਮਾਂ ਜਨਨੀ ਨੂੰ ਆਖਿਆ, ਔਰ ਬਹੁਤ ਵਾਰੀ ਜਨਨੀ ਨੂੰ ਬਾਣੀ ਵਿੱਚ ਆਖਿਆ, ਤੇ ਮਾਂ ਮਤ ਨੂੰ ਵੀ ਆਖਿਆ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਾਂ ਹੈ, ਮਾਂ ਦਾ ਜ਼ਿਕਰ ਹੈ। ਇੱਥੇ ਜ਼ਿਕਰ ਹੈ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾਂ ਬਿਨ ਦੇਖੈ ਮੇਰੀ ਮਾਈ। ਮਾਂ ਦਾ ਜ਼ਿਕਰ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ। ਮਾਂ ਦਾ ਜ਼ਿਕਰ ਹੈ। ਪਰ ਭੇਤ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨਾ, ਰਾਮ ਕਹਿਨ ਮੈਂ ਭੇਤ ਹੈ ਤਾਂ ਮੈਂ ਏਕ ਵਿਚਾਰ, ਏਕ ਰਾਮ ਸਭੈ ਕਹੈ ਸੋਈ ਕੌਤਕ ਹਾਰ। ਕਿ ਰਾਮ ਤੇ ਉਹੀ ਹੈ, ਰਾਮ ਕਹਿਨ ਮੈਂ, ਪਰ ਭੇਦ ਬਹੁਤ ਹੈ। ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਇਹਦਾ ਮਤਲਬ ਕਿ ਉਹ ਰਾਮ ਉਹ ਵੀ ਹੈ ਜਿਹੜਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ। ਹੁਣ ਅਸਥਾਵਰ ਕਿਹਨੂੰ ਕਿਹਾ? ਜਿੰਨੇ ਵੀ ਅਟਲ ਚੀਜ਼ਾਂ ਨੇ, ਪਹਾੜ, ਰੁੱਖ ਜਿਹੜੀਆਂ ਹਿਲਦੀਆਂ ਨਹੀਂ, ਇਹ ਅਸਥਾਵਰ ਵਿੱਚ ਆ ਜਾਂਦੀਆਂ ਨੇ। ਜੰਗਮ ਦਾ ਮਤਲਬ ਤੁਰੀਆਂ ਹੋਈਆਂ, ਤੁਰੇ ਹੋਏ ਜੀਵ ਜੰਤੂ। ਬੱਦਲ ਵੀ ਜੋਨਾਂ ਵਿੱਚ ਆਉਂਦੇ ਨੇ। ਜੇ 84 ਲੱਖ ਜੋਨਾਂ ਦਾ ਜ਼ਿਕਰ ਕੀਤਾ ਜਾਏ ਤੇ ਬੱਦਲਾਂ ਨੂੰ ਵੀ ਜੋਨ ਕਿਹਾ ਹੈ। ਇੱਥੋਂ ਤੱਕ ਗ੍ਰੰਥਾਂ ਦੇ ਵਿੱਚ ਜਿਹੜੀਆਂ ਤੁਰੀਆਂ ਹੋਈਆਂ ਚੀਜ਼ਾਂ, ਜੰਗਮ, ਉਹਨੂੰ ਵੀ ਜੋਨ ਕਿਹਾ। ਕੀਟ ਪਤੰਗਮ, ਜਿੰਨੇ ਕੀੜੇ ਤੇ ਕਿੰਨੇ ਪਤੰਗੇ ਨੇ, ਤੇ ਸਾਰਿਆਂ ਨੂੰ ਬਣਾਉਣ ਵਾਲਾ ਤੇ ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਪ੍ਰਭੂ ਹੀ ਹੈ। ਇਸ ਕਰਕੇ ਰਾਮ ਕਹਿਣ ਮੈਂ ਭੇਤ ਹੈ। ਸੋਈ ਰਾਮ ਸਭੈ ਕਹੈ, ਇੱਕ ਸਭ ਦੇ ਵਿੱਚ ਵਸਿਆ ਹੋਇਆ ਹੈ।
सोई कौतकहार ते एक दशरथ जी का पुत्र श्री रामचंद्र। इसी तरह जिवें राम का भेत है ना, जे कोई कह दे बई जी गुरु ग्रंथ साहब जी दे विच राम का इन्ने हज़ार वाली जिक्र है श्री रामचंद्र वास्ते, नहीं, ये भेत है। ते इसी तरह माई माता मात ते माए इहदा भी भेत है। हुण गुरु ग्रंथ साहब जी की बाणी च एक शब्द लो, महाराज जी का बचन है गुरु अर्जुन साहब जी का, माता मत पिता संतोख। हुण इथों यह पता लगता है कि कल्ली मां जननी नहीं है, मत नूं भी मां आख्या गया है गुरु ग्रंथ साहब जी की बाणी दे विच। ते कल्ला पिता साडी प्रतिपालना करन वाले साडे वड्डे या साडे मात पिता नहीं, साडे अंदर दे टिके हुए सिदक नूं भी, एक अथिर मन नूं भी पिता आख्या है, ਜਿਹੜੇ कौड़ा घुट ते भर लेगा पर अपने पुत्रां दे उत्ते अपनियां धीआं दे उत्ते वो आंच नहीं आउण देगा। इसी तरह मन रूपी संतोख ऐसी बरकत है पिता रूपी कि मन ते जर जाएगा भावें कौड़े बचन, पर अपनी इज्जत अपनी आन अपनी शोभा ते गुरु दी पत उत्ते वो दाग नहीं पैण देगा। हुणे ही महाराज जी कहंदे को माई मां भूलियो मन समझावै, पर इत्थे माई मां नहीं, इत्थे माई मत। मत कित्थे भज्जी फिरदी है। इस करके असी रोज अरदास विच पढ़दे हां, सिखां दा मन नीवा मत उच्ची। पुत्र मन है ते मां मत है, पर पुत्र कपुत्र होके मां दी नहीं सुन रहा। मत नूं उच्चा होना चाहिदा सी, मत मलीन हो गई, मत नीवी हो गई। ते असी रोज जप विच पढ़ रहे हैं, तिथे घड़ी है सुरत मत मन बुद्ध। हमेशा मन तो पहला मत आएगी घड़न वास्ते। इत्थे भी गुरु नानक साहब ने कोई भेत नहीं रहन दिता। ये मन घड़िया नहीं जा सकता जिन्ने चिर तक मत कुचज्जी है। इनू कबीर साहब कहंदे, कहो कबीर उल्टी पई खेड, लेले को चुंगै नित भेड़। भेड़ मां है लेला पुत है, लेला मन है भेड़ मत सी, पर खेड़ पुठी हो गई। मत ने मन नूं लैके चलना सी, पर ऐसा कुवैड़ा मन निकलिया, मत नूं भी पिछे लैके तुरिया ते सारा जीवन गर्क करता। जिथे जो नहीं बोलना चाहिए मन ने इस तन तो वह भी बुलवाया, वह भी बुलवाया, वह भी भैड़ा काम करवाया। ते जिथे संकोच करना चाहिए सी मन ने उत्थे संकोच नहीं किया। मत भिट गई ना। मत भिटण का जिक्र गुरु नानक साहब ने आसा की वार दे विच भी कीता है। मत भिटै वे मत भिटै, ए अन असाडा भिठै। जिक्र किया महाराज जी ने कि अन कदी मैला नहीं है, अन कदी झूठा नहीं, झूठा नहीं है। महाराज कहते मत भिट गई ते मत झूठी हो गई, ते अन भी झूठा ते माड़ा दिसन लग गया। बंदा कोई बंदे दा वैरी थोड़ी है। मत भिट गई, दोस्त ते दुश्मन दा भेत आ गया। वो माड़ा हो गया, वो चंगा हो गया। मत भिट गई, जिन्हां नाल बहुत प्यार सी उन्हां दी ही निंदा चुगली शुरू कर दित्ती असी। मत भिट गई। ते जिस अन ने इस मूँह दे थल्ले जाके गंद ही बनना है, महाराज जी ने कहा बस ये निवाला है, इत्थे जाके इन्हें पिष्ट ही होना है। ते उन्होंने पहले ही तुसी बाहर पिष्ट कही जाते हो। कहते काहदे सियाणा हो। पहली करूप कुजात कुलखणी मत।
ਮਤ ਨੂੰ ਕਹਿ ਰਹੇ ਕਬੀਰ ਸਾਹਿਬ। ਪਹਿਲੀ ਕਰੂਪ ਕੁਜਾਤ ਕੁਲਖਣੀ, ਸਹੁਰੇ ਪਈ ਹੈ ਬੁਰੀ। ਸਹੁਰੇ ਦਾ ਮਤਲਬ ਹਿਰਦੇ ਵਿੱਚ, ਪ੍ਰਭੂ ਦੇ ਘਰ ਦੇ ਵਿੱਚ। ਇੱਥੇ ਕਬੂਲ ਨਹੀਂ ਹੁੰਦੀ, ਇਹ ਕਬੂਲ ਨਹੀਂ ਹੈ ਮਤ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਬ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਪ੍ਰਵਾਨ ਨਹੀਂ ਹੈ। ਕੋ ਮਾਈ ਕੋਈ ਇਸ ਮਤ ਨੂੰ ਵੀ ਸਮਝਾਏ ਪਹਿਲਾਂ, ਤੇ ਜੇ ਮਤ ਸਮਝੇ ਤੇ ਇਸ ਭੁੱਲੇ ਮਨ ਨੂੰ ਆਖੇ, ਮਨ ਪਰਦੇਸੀ ਪਿਆਰੇ ਵੇ ਆਓ ਘਰੇ। ਇਹ ਮਤ ਨੇ ਆਵਾਜ਼ ਮਾਰ ਕੇ ਕਹਿਣਾ ਹੈ, ਇਹ ਮਤ ਨੇ ਆਵਾਜ਼ ਮਾਰਨੀ ਹੈ ਕਿ ਮਨ ਸਵੇਰੇ ਗੁਟਕਾ ਫੜ ਕੇ ਜਪ ਪੜਿਆ ਨਾ ਭਲਿਆ ਇਹੋ ਜਿਹਾ ਨਾ ਸੋਚ। ਇਹ ਮਤ ਨੇ ਆਵਾਜ਼ ਮਾਰ ਕੇ ਕਹਿਣਾ ਕਿ ਸੰਗਤ ਵਿੱਚ ਬੈਠਾ ਹੈ, ਕਿੱਥੇ ਭਜਿਆ ਫਿਰਦਾ ਹੈ, ਆ ਵਾਪਸ ਆ ਜਾ। ਪਰ ਉਹ ਮਤ ਤੇ ਗੁਰੂ ਤੋਂ ਮਿਲਣੀ ਹੈ ਨਾ, ਜਿਹਨੂੰ ਗੁਰਮਤ ਆਖਿਆ। ਇਸ ਕਰਕੇ ਮਨ ਨੂੰ ਨੀਵਾਂ ਤੇ ਮਤ ਨੂੰ ਉੱਚੀ ਰੱਖਣਾ। ਤੇ ਜੇ ਮਤ ਭਿੱਟ ਗਈ ਹੈ ਨਾ, ਤੇ ਸਾਹਿਬ ਜੀ ਕਹਿੰਦੇ ਵੇਦ ਪੁਰਾਣ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੇ। ਇਹ ਮਨ ਨਹੀਂ ਟਿਕੇਗਾ। ਮਨ ਨੂੰ ਮਤ ਨੇ ਹੀ ਟਿਕਾਉਣਾ। ਮਤ ਅੰਦਰ ਦੀ ਆਵਾਜ਼ ਹੈ। ਦੁਨੀਆ ਦੇ ਕਾਨੂੰਨ ਬਾਅਦ ਦੇ ਵਿੱਚ ਲਾਗੂ ਹੁੰਦੇ ਹੈ, ਮਤ ਦੀ ਆਵਾਜ਼ ਪਹਿਲਾਂ ਹੀ ਆ ਜਾਂਦੀ ਹੈ ਕਿ ਭਲਿਆ ਇਹ ਕਾਰਜ ਠੀਕ ਨਹੀਂ ਹੋ ਰਿਹਾ। ਪਰ ਹੋਇਆ ਕੀ? ਕਹੋ ਕਬੀਰ ਉਲਟੀ ਪਈ ਖੇਡ, ਖੇਡ ਪੁੱਠੀ ਪੈ ਗਈ। ਸਭ ਕੁਝ ਗਰਕ ਕਰ ਦਿੱਤਾ ਮਨ ਨੇ। ਮਨ ਨੇ ਕਿਹਾ ਕਿ ਨਹੀਂ, ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ। ਪਰ ਮਤ ਨੂੰ ਸੋਚਣ ਦਾ ਮੌਕਾ ਨਹੀਂ ਦਿੱਤਾ ਕਿ ਇਹ ਵੀ, ਪਰ ਇਹ ਕਿੱਥੇ ਹੋਏਗਾ? ਪ੍ਰਭੂ ਕਿੱਥੇ ਹੋਏਗਾ? ਰਸ ਹੋਏ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ, ਰਸ ਘੋੜੇ ਰਸ ਮਿੱਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਕਿੱਥੇ ਗਿਆ? ਨਾਮ ਤੇ ਨਹੀਂ ਹੈ। चार दिन मांग के लाए थे उम्रे दराज, दो आरजू में निकल गए दो इंतजार में। इस मत ने इन्ना भैड़ा हाल कर दिता कि जिंदगी दे 4 दिन मिले सन। इस मन ने इस 4 दिनां दे 2 दिन ਇਹ ਵੀ ਚਾਹੀਦਾ, ਇਹ ਵੀ ਚਾਹੀਦਾ, ਇਹ ਵੀ ਚਾਹੀਦਾ, ਇਹਦੇ ਵਿੱਚ ਬਿਤਾਤੇ, ਤੇ 2 ਇੰਤਜ਼ਾਰ ਕਿ ਹਾਏ ਕਦ ਮਿਲੇਗਾ, ਹਾਏ ਕਦ ਮਿਲੇਗਾ, ਹਾਏ ਮਿਲਦਾ ਕਿਉਂ ਨਹੀਂ। ਸਾਹਿਬ ਜੀ ਵੀ ਇਹ ਕਹਿੰਦੇ ਜੀਵਨ ਬਸ ਐਂ ਨਿਕਲ ਗਿਆ ਸਾਰਾ। ਪਰ ਕਬੀਰ ਸਾਹਿਬ ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਪਹਿਲੀ ਮਤ ਸੜ ਗਈ ਹੈ, ਜੁਗ ਜੁਗ ਜੀਵੈ ਮੇਰੀ ਅਬ ਕੀ ਧਰੀ। ਜਿਹੜੀ ਹੁਣ ਮਤ ਮੈਨੂੰ ਗੁਰੂ ਨੇ ਦਿੱਤੀ ਹੈ, ਤੇ ਉਹ ਮਤ ਕੀ ਹੈ? ਸਾਹਿਬ ਜੀ ਕਹਿੰਦੇ ਸੁਣੋ ਉਹ ਮਤ ਕੀ ਹੈ। ਦੁਰਲਭ ਦੇਹ ਪਾਏ ਮਾਨਸ ਕੀ, ਇਹ ਬੜੀ ਦੁਰਲਭ ਦੇਹ ਸੀ, ਇਹ ਗੁਰੂ ਦੀ ਮਤ ਵਿੱਚੋਂ ਪਤਾ ਲੱਗਿਆ। ਇਹ ਸਮਾਂ ਬਹੁਤ ਥੋੜਾ ਹੈ, ਇਹ ਦੁਰਲਭ ਮਤ, ਇਹ ਦੁਰਲਭ ਦੇਹ ਪਤਾ ਲੱਗੀ ਕਿ ਇਹ ਮਾਨੁਖ ਦੇ ਐ ਨਹੀਂ ਮਿਲੀ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਮਾਨਸ ਦੇ ਹੀ ਪਾਈ। दुर्लभ दे पाए मानस की बिरथा जन्म सिरावै। सिरावै दा मतलब सारा गवा दिता। ते क्यों गवा दिता? माया मोह महा संकट मन तास्यों रच उपजावै। कहंदे ये माया दे डरावने जंगल विच इन्हें सारा जीवन बतीत करता मन ने। माया मोह महा संकट बन। बन दा मतलब है सुनना हाँ प्रभु जियो एक लड़ी बनमाह। मैं इस माया दे इस डरावने जंगल विच कल्ली हाँ। दिखते सारे ने मैनू,
मात पिता बनिता सुत बंदप इष्ट मीत अर भाई। जपो जी सारे, मात पिता भाई सुत बंदप इष्ट मीत अर भाई। सारे दिसदे ने इस जंगल दे विच, पर पूरब जन्म के मिले संजोगी अंते को ना सहाई। जिवें जंगल दे विच रस्ता भटक जाता है ना बंदा, जिन्ना मर्जी सियाणा होए, बस इस माया दे रिश्तियां दे विच भटकना। एक दिन बंदा यही कहेगा ये की होया, कल ते चंगे भले तुरदे सी, अज की होया, अज किवें भटक गए। कल ते बड़े प्यार नाल बुला रहे सी सानू, अज साडे नाल कादी नफरत हो गई। और यही गल निंदा चुगली विच बदल जाती है। किसी तीजे ने आके कहता ना कि वो तेरे बारे कला नहीं चंगा नहीं बोल रहा, बस इत्थे मन थिड़क जाएगा, अच्छा वो मेरे बारे चंगा नहीं बोल रहा। मन इन्ना अवैड़ा है, इन्हें मत नू कम करन ही नहीं देना, मत नू कम लैन ही नहीं देना। जे मत गुरु दी मिली होंदी ते फिर मत ये दसदी है कि चिक्कड़ दे नाल चिक्कड़ साफ नहीं किया जा सकता, मैल दे नाल मैल दी सफाई नहीं होंदी। मन इन्ना अवैड़ा, वो मेरे बारे माड़ा बोल रहा। जिथे फिर इस मन ने जाना गल्लां करनी है, गल भावें किथे दी हो रही होएगी, बिचे इस मन ने एक छुरली छड़ देनी, वो चंगा नहीं है, क्योंकि मत नहीं ठीक ना। पर जे मत गुरु तो मिल गई तो फिर गुरु रामदास जी ये कहते हैं, जिस तरह चिक्कड़ दा दाग चिक्कड़ नाल साफ नहीं होंदा, कीती हुई निंदा, सुनी हुई अपनी निंदा, ते उस निंदा दा असर निंदा नाल कदी नहीं घटेगा। हर जन राम नाम गुण गावे, जे कोई निंद करे हर जन की, अपना गुण ना गवावे। निंदा दा नाश परमात्मा दे नाम नाल होना, प्रभु दे चेते नाल होना। जे मत भिटी हुई है, जे पता लग्या कि उन्हें मेरी निंदा की है, तो असी 16 बंदियां दे अगे जाके उन्होंने भेटावांगे, एक दो नहीं। बाणी दे विच ते जिक्र आया, चार चार करके ये मोहकम फौज हटली दी खेड इन्नी वधदी है कि रह रब दा नाम। ते बंदा सोचदा मेरी ये शोभा हो रही है, पर शोभा नहीं है। जेड़ा माड़ा बचन जुबान तो निकल के किसी लिए माड़ा निकलिया, धन गुरु ग्रंथ साहब जी की बाणी कहती है, गुरु रामदास जी कहते हैं कि वो लफ्ज घूम के साडे गल च आके पैना एक दिन। इस करके ये मत है जिहड़ी, इनू गुरु साहब कहते हैं कि ये जिहड़ा माया दा महा बिखम संकट जंगल है ना, ये बड़ा डरावना है। तो इस जंगल दे विच की है, मन कदी हिरन बनता है, ते हिरन दी कदी मृग तृष्णा मुक्की है। महाराज कहते नहीं मुक सकती, नहीं मुक सकती। इस जंगल दे विच ये मन खूंखार शेर दी तरह धानक है बड़ा, कि इहदा सुभाव बदल सकता है जंगल दे विच? नहीं बदल सकता। करतूत पशु की मानस जात, लोक पचारा करे दिन रात। और ये भी मन जनौर बन गया, मृग मीन भृंग पतंग कुंचर। कबीर साहब ते कहते हैं हाथी काम करके मर जाता है, चलो फिर भी हाथी चंगा है, उन्होंने इको ही रोग लग्या होया है, पर तन ऐसा अवैड़ा है जिन्हों एक नहीं हजारां ही रोग लगे हुए ने। कालबूत की हस्तनी मन बौरा रे, चलत रचियो जगदीश। उन्होंने इको ही इंद्री का रस दिता, उन्होंने लै बैठया, हे बंदे तैनू ते हजारां इंद्रियां दे रस दिते है, जे एक उन्होंने लै बैठा है तो सानू एक नहीं किन्ने जिबड़ा दिते है, असी किवें बचांगे? मृग मीन भृंग पतंग कुंचर एक दोख विनाश, पंच रोग असाध जामै ताकि के तक आस। हजे नहीं किया जा सकता।
ਹਜੇ ਜੇ ਇੰਨਾ ਕੁ ਅਸੀਂ ਕਿਹਾ ਨਾ ਕਿ ਬੜੀ ਗਿਆਨ ਧਿਆਨ ਇਕੱਠਾ, ਮੇਰੇ ਵਰਗਾ ਕਹੇ ਬੜੀ ਕਥਾ ਕਰ ਲੀਆਂ, ਮੈਂ ਤੇ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਅਜੇ ਸੁਨਾਓ ਸਮੁੰਦ ਮੈਂ, ਕਿਆ ਜਾਣਾ ਕਿਆ ਹੋਏ। ਇੱਥੇ ਇੱਕ ਕਦਮ ਦਾ ਵੀ ਨਹੀਂ ਪਤਾ, ਇੱਕ ਰੋਗ ਨਹੀਂ। ਪੰਜ ਰੋਗ ਅਸਾਧ ਜਾਮੈ ਕਾਤਕ ਤਾਕੀ ਕੇਤਕ ਆਸ। ਇਹਨੂੰ ਹੀ ਤੇ ਮਹਾਰਾਜ ਜੀ ਨੇ ਸੰਕਟ ਬਨ ਆਖਿਆ ਕਿ ਜੰਗਲ ਹੈ ਅੰਦਰ, ਜੰਗਲ ਵਾਲਾ ਸੁਭਾਅ, ਜੰਗਲੀ ਸੁਭਾਅ ਮਨੁੱਖ ਦਾ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹੀ ਤੇ ਪਸ਼ੂ ਰੂਪੀ ਮਨ ਜਿਹੜਾ ਮਤ ਦੀ ਅਧੀਨਗੀ ਕਬੂਲ ਨਹੀਂ ਕਰ ਰਿਹਾ, ਤਾਈਓ ਪਸ਼ੂ ਹੈ। ਜਿਸ ਦਿਨ ਮਤ ਦਾ ਸੋਟਾ, ਮਤ ਦੀ ਡਾਂਗ, ਮਤ ਦਾ ਅਕਲਦਾਨ ਇਹਦੇ ਉੱਤੇ ਆ ਗਿਆ ਨਾ, ਇਹ ਭਜਦਾ ਮਨ ਅਵੈੜਾ ਮਨ ਵੀ ਟਿਕ ਜਾਏਗਾ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ। ਮਨ ਬੌਰਾ ਰੇ ਅੰਕਸ਼ ਸਹਿਓ ਸੀਸ, ਜਿਉ ਨਲਨੀ ਸੋਟਾ ਗਇਓ ਮਨ ਬੌਰਾ ਰੇ। ਨਲਨੀ ਕਹਿੰਦੇ ਐ ਨਲੀ, ਰੱਸੀ ਦੇ ਉੱਤੇ ਨਲੀ ਚਲਾ ਕੇ ਨਾ ਬਾਂਸ ਦੀ ਖੋਖਲੀ, ਤੇ ਥੱਲੇ ਬਹੁਤ ਵੱਡਾ ਭਾਂਡਾ ਰੱਖ ਦਿੱਤਾ ਜਾਂਦਾ ਪਾਣੀ ਦਾ ਭਰ ਕੇ, ਤੇ ਉਸ ਨਲੀ ਦੇ ਉੱਤੇ ਮਿਰਚਾਂ ਮੁਰਚਾਂ ਤੇ ਹੋਰ ਦਾਣੇ ਦੂਣੇ ਖਿਲਾਰ ਦਿੱਤੇ ਜਾਂਦੇ ਆਸ-ਪਾਸ। ਤੋਤਾ ਆ ਕੇ ਉੱਥੇ ਬਹਿੰਦਾ ਹੈ, ਪਰ ਬਹਿਣ ਦੀ ਦੇਰ ਹੁੰਦੀ ਹੈ ਤੇ ਉਹ ਜਿਹੜੀ ਨਲੀ ਹੁੰਦੀ ਹੈ ਉਹ ਘੁੰਮ ਜਾਂਦੀ ਹੈ, ਪੁੱਠੀ ਹੋ ਜਾਂਦੀ ਹੈ। ਤੋਤਾ ਵੀ ਪੁੱਠਾ ਲਟਕ ਜਾਂਦਾ, ਉਹਨੂੰ ਲੱਗਦਾ ਮੇਰੇ ਨਾਲ ਹੋਇਆ ਕੀ, ਤੇ ਦੇਖਦਾ ਅਸਮਾਨ ਦੀ ਜਗ੍ਹਾ ਉੱਤੇ ਥੱਲੇ ਪਾਣੀ ਹੁੰਦਾ। ਹੁਣ ਉਸ ਤੋਤੇ ਦੇ ਖੰਮਾਂ 'ਚ ਜਾਨ ਵੀ ਹੈ, ਸਭ ਕੁਛ ਹੈ, ਪਰ ਮੱਤ ਉੱਤੇ ਪਰਦਾ ਪੈ ਗਿਆ, ਮੱਤ ਉੱਤੇ ਪਰਦਾ ਪੈ ਗਿਆ। ਇਹ ਸਾਰਾ ਸ਼ਬਦ ਕਾਲਬੂਤ ਕੀ ਹਸਤਨੀ ਜਾਂ ਬਿਖੈ ਬਾਚ ਹਰ ਰਾਚ ਸਮਝ ਮਨ, ਆ ਮੱਤ ਉੱਤੇ ਪਰਦਾ ਤੇ ਹੈ। ਹਾਥੀ ਦੀ ਮੱਤ ਉੱਤੇ ਪਰਦਾ ਪੈਂਦਾ ਕਿ ਇਹ ਹੱਥਨੀ ਨਹੀਂ, ਇਹ ਕਾਗਜ਼ ਦੀ ਬਣਾਈ ਹੋਈ ਇੱਕ ਪੁਤਲੀ ਹੈ, ਪਰ ਪਰਦਾ ਪੈ ਗਿਆ, ਭਜਿਆ ਗਿਆ ਤੇ ਟੋਏ ਵਿੱਚ ਡਿੱਗ ਗਿਆ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਆ। ਮਨ ਬੌਰਾ ਰੇ ਨਾਚਿਓ ਘਰ ਘਰ ਬਾਹਰ। ਸੰਕਟ ਬਨ ਇਹੀ ਜੰਗਲ ਹੈ, ਇਹੀ ਪਸ਼ੂ ਬਿਰਤੀ ਹੈ। ਬਾਂਦਰ ਦੀ ਮੱਤ ਉੱਤੇ ਪਰਦਾ ਪੈ ਗਿਆ, ਉਹਨੂੰ ਲੱਗਿਆ ਕਿ ਆ ਮੁੱਠੀ ਭਰ ਕੇ ਘੁੰਗੜੀਆਂ ਹੀ ਮੇਰੇ ਜੀਵਨ ਦਾ ਸਾਰਾ ਆਧਾਰ ਹੈ, ਜੇ ਇਹ ਨਾ ਮਿਲੀਆਂ ਤੇ ਮੈਂ ਭੁੱਖਾ ਮਰ ਜਾਵਾਂਗਾ। ਇਹ ਨਹੀਂ ਪਤਾ ਉਸ ਘੁੰਗੜੀਆਂ ਦੇ ਵਸ ਦੇ ਵਿੱਚ ਮਦਾਰੀ ਨੇ ਰੱਸਾ ਪਾ ਦੇਣਾ ਗਲ 'ਚ ਆ ਕੇ। ਅੱਜ ਜਿਹੜਾ ਆਜ਼ਾਦ ਫਿਰਦਾ ਮਨ, ਕੱਲ ਨੂੰ ਗੁਲਾਮੀ ਦੀ ਜੰਜੀਰਾਂ ਪਾ ਕੇ, ਰੱਸਾਂ ਪਾ ਕੇ ਲੋਕਾਂ ਦੇ ਘਰਾਂ ਦੇ ਅੱਗੇ ਨੱਚੇਗਾ। ਜਿਉ ਨਲਨੀ ਸੋਟਾ ਗਇਓ ਮਨ ਬੌਰਾ ਰੇ, ਮਾਇਆ ਇਹ ਵਿਵਹਾਰ। ਮੱਤ ਤੇ ਪਰਦਾ ਪੈ ਗਿਆ, ਸੁਵਟਾ ਦੇ, ਤੋਤੇ ਦੇ। ਇਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਸ ਦਿਨ ਸਾਡੀ ਮੱਤ ਤੇ ਪਰਦਾ ਪਏਗਾ, ਉਸ ਦਿਨ ਸਾਡੇ ਅੰਦਰੋਂ ਪਸ਼ੂ ਬਿਰਤੀ ਦਾ ਜਨਮ ਹੋਏਗਾ। ਔਰ ਇਹ ਸੰਕਟ ਬਨ ਹੈ, ਤਾਂ ਸਿਓ ਰਚ ਉਪਜਾਵੈ। ਤੇ ਇਸ ਜੰਗਲ ਦੇ ਅੰਦਰ ਜੰਗਲ ਵਾਲੀ ਬਿਰਤੀ ਹਾਵੀ ਹੋਏਗੀ, ਫਿਰ ਇੱਕ ਪੁੱਤਰ ਧੀ ਆਪਣੇ ਮਾਂ ਪਿਓ ਦੇ ਵੀ ਸਕੇ ਨਹੀਂ ਰਹਿਣਗੇ, ਨਹੀਂ ਰਹਿਣਗੇ। ਇਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ। ਇਹ ਮਨੁੱਖਾ ਸਰੀਰ, ਇਹ ਮਾਨਸ ਦੇਹੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਤੇ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਪਰ ਮਨੁੱਖ ਮਨੁੱਖ ਨਹੀਂ ਰਿਹਾ, ਗੁਸਤਾਖੀ ਮਾਫ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਇਆ ਮੋਹ, ਮਾਇਆ ਦੇ ਮੋਹ ਨੇ ਇਹਨੂੰ ਪਸ਼ੂ ਬਣਾ ਦਿੱਤਾ, ਪਸ਼ੂ ਬਣਾ ਦਿੱਤਾ। ਤੇ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਸੀ ਕਿ ਇਕੱਲੇ ਪਸ਼ੂ ਬਿਰਤੀ ਇੱਕ ਦੂਸਰੇ ਦਾ ਲਹੂ ਨਹੀਂ ਪੀਂਦੀ। ਜਿਸ ਦਿਨ ਨਰ ਮਨੁੱਖ ਦੇ ਅੰਦਰ ਮੱਤ ਤੇ ਪਰਦਾ ਪੈ ਜੇ, ਉਸ ਦਿਨ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਮਨੁੱਖ ਵੀ ਪਸ਼ੂ ਹੋ ਜਾਏਗਾ।
ਜੇ ਲਹੂ ਪੀਏਗਾ। ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਉੱਥੇ ਜ਼ਿਕਰ ਕੀਤਾ, ਮਾਰਨ ਪਾਹੇ ਹਰਾਮ ਮਹ, ਹੋਏ ਹਲਾਲ ਨਾ ਜਾਏ। ਜਿਹੜੀ ਚੀਜ਼ ਅਸੀਂ ਕਿਸੇ ਦਾ ਹੱਕ ਮਾਰ ਕੇ ਲਈਏ ਨਾ, ਧੱਕਾ ਕਰਕੇ ਲਈਏ, ਗੁਰੂ ਸਾਹਿਬ ਕਹਿੰਦੇ ਹਰਾਮ ਦੀ ਚੀਜ਼ ਕਦੀ ਹਲਾਲ ਦੀ ਨਹੀਂ ਹੋ ਸਕਦੀ। ਹਲਾਲ ਕਹਿੰਦੇ 10 ਨੂੰਹਾਂ ਦੀ ਕਿਰਤ। ਇਹਨੂੰ ਮੁਸਲਮਾਨੀ ਤਰੀਕੇ ਦੇ ਸੰਬੰਧ ਨਾਲ ਨਾ ਜੋੜਿਓ। ਹਲਾਲ ਜਿਹੜਾ ਲਫ਼ਜ਼ ਆਇਆ, ਜਿਹੜਾ ਕੋਸ਼ਗਤ ਅਰਥ ਹੈ, ਹਲਾਲ ਦਾ ਮਤਲਬ ਹੈ 10 ਨੂੰਹਾਂ ਦੀ ਕਿਰਤ ਦਾ ਕਮਾਇਆ ਹੋਇਆ। ਤੇ ਜੇ ਬੰਦਾ ਹਰਾਮ ਦਾ ਕਮਾ ਕੇ ਇਹ ਕਹੇ ਚਲੋ ਮੈਂ ਦਾਨ ਵੀ ਦੇ ਦਿੰਦਾ, ਮੈਂ ਇਹ ਵੀ ਕਰ ਦਿੰਦਾ, ਉਹਦਾ ਭਲਾ ਵੀ ਕਰ ਦਿੰਦਾ, ਮਹਾਰਾਜ ਕਹਿੰਦੇ ਹਰਾਮ ਦੇ ਭੋਜਨ ਵਿੱਚ ਜਿੰਨੇ ਮਰਜ਼ੀ ਤਰ੍ਹਾਂ ਦੇ ਮਸਾਲੇ ਪਾਏ ਜਾਓ, ਜਿੰਨੇ ਮਰਜ਼ੀ ਉਹਨੂੰ ਤੜਕੇ ਲਾ ਲਓ, ਉਹਨੇ ਹਲਾਲ ਦਾ ਨਹੀਂ ਹੋ ਜਾਣਾ। ਪਸ਼ੂ ਬਿਰਤੀ ਮਨੁੱਖ ਬਿਰਤੀ ਨਹੀਂ ਹੋ ਜਾਏਗੀ। ਜਿੰਨੇ ਮਰਜ਼ੀ ਉਹਦੇ ਉੱਤੇ ਕਿ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੋਰ। ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ਼ ਨਿਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ। ਇਹ ਪਸ਼ੂ ਬਿਰਤੀ ਕਿਵੇਂ ਖਤਮ ਹੋਏਗੀ? ਮਹਾਰਾਜ ਕਹਿੰਦੇ ਸੁਣੋ, ਆ ਸੰਕਟ ਬੰਨ ਤੋਂ ਕਿਵੇਂ ਖਹਿੜਾ ਛੁੱਟੇਗਾ? ਇਹ ਅੰਦਰ ਦਾ ਨਰੂ ਮਰੇਗਾ ਤੇ 10 ਕਾਜ ਸਵਰਣਗੇ। ਵਾਹਿਗੁਰੂ ਅੰਦਰ ਦਾ ਪਸ਼ੂ ਮਰੇਗਾ ਤੇ 10 ਕਾਜ ਸਵਰਣਗੇ। ਪਰ ਜੇ ਨਰੂ ਮਰ ਗਿਆ, ਮਹਾਰਾਜ ਕਹਿੰਦੇ ਨਾ ਆਪਣਾ ਸਵਰੇਗਾ ਤੇ ਨਾ ਕਿਸੇ ਦਾ ਸਵਰੇਗਾ। ਇੱਕ ਦੁਖੀ ਬੰਦਾ ਕਈਆਂ ਨੂੰ ਦੁੱਖ ਦਿੰਦਾ ਹੈ। ਜਿਸ ਤਰ੍ਹਾਂ ਜੰਗਲ ਦੀ ਇੱਕ ਰੁੱਖ ਦੀ ਅੱਗ ਸਾਰੇ ਰੁੱਖ ਨੂੰ ਸਾੜ ਕੇ, ਸਾਰੇ ਜੰਗਲ ਨੂੰ ਸਾੜ ਕੇ ਰੱਖ ਦਿੰਦੀ ਹੈ, ਸੱਚੀ ਗੱਲ ਹੈ, ਇੱਕ ਦੁੱਖ, ਇੱਕ ਪਾਪ ਸਾਡੇ ਪੁੰਨਾਂ ਨੂੰ ਵੀ ਸਾੜ ਕੇ ਰੱਖ ਦਿੰਦਾ, ਸਾਡੇ ਚੰਗੇ ਸੁਭਾਅ ਨੂੰ। ਇਸ ਕਰਕੇ ਦਾਸ ਨੇ ਕਿਹਾ ਸੀ, ਅਜੇ ਸੁਨਾਓ ਸਮੁੰਦ ਮੈਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਓ ਮਿਲ ਕੇ ਬੈਠ ਕੇ ਸਿੱਖੀਏ, ਵਿਚਾਰ ਕਰੀਏ ਕਿ ਸੰਕਟ ਬੰਨ ਤੋਂ ਜਿਹਦੇ ਵਿੱਚ ਅਸੀਂ ਰੁੱਝ ਗਏ ਹਾਂ, ਕਿਵੇਂ ਬਚਿਆ ਜਾਏ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹ ਨਾ ਲਾਵੈ। ਬਸ ਇਹ ਹੈ ਕਿ ਬਾਹਰ ਦੇ ਕਾਰਜ ਕਰਨੇ ਆ ਤੇ ਪ੍ਰਭੂ ਨੂੰ ਚੇਤੇ ਕਰਨਾ, ਤੇ ਅੰਦਰ ਦੀ ਬੰਦਗੀ ਕਰਨੀ ਹੈ ਤੇ ਤਾਂ ਵੀ ਪ੍ਰਭੂ ਨੂੰ ਚੇਤੇ ਕਰਨਾ। ਅੰਤਰ ਬਾਹਰ ਸਦਾ ਸੰਗ ਪ੍ਰਭ, ਸਦਾ ਹੀ ਸੰਗ ਸਾਡਾ ਪ੍ਰਭੂ ਨਾਲ ਰਹੇ। ਇਹ ਆਖੇ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੈ ਚਿਤਾਰੇ। ਸੁਖ ਦੁਖ ਇਸ ਮਨ ਕੀ ਬਿਰਥਾ, ਤੁਝ ਹੀ ਆਗੈ ਸਾਰੇ। ਜੋ ਤੁਮ ਕਰੋ ਸੋਈ ਭਲ ਮਾਨੈ, ਜੋ ਤੁਸੀਂ ਕਰ ਦਿੱਤਾ ਮੈਂ ਭਲਾ ਮੰਨ ਲਿਆ। ਇਹ ਹੈ ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹ ਨਾ ਲਾਵੈ। ਤਾਂ ਤੇ ਅਸੀਂ ਪਿਆਰ ਨਹੀਂ ਕੀਤਾ, ਪ੍ਰਭੂ ਨਾਲ ਕਦੀ ਨਹੀਂ ਕਿਹਾ। ਹਾਂ ਇਹ ਆਖ ਦਿੱਤਾ, ਇਹ ਆਖ ਦਿੱਤਾ ਕਿ ਕਾਮੀ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਹ ਵੀ ਮੇਰਾ, ਇਹ ਵੀ ਮੇਰਾ, ਪਰ ਪ੍ਰਭੂ ਮੇਰਾ ਨਹੀਂ, ਉਹ ਮੇਰਾ ਨਹੀਂ। ਸਭ ਕੁਛ ਆਪਣਾ, ਸਭ ਕੁਛ ਇੱਕ ਰਾਮ ਪਰਾਇਆ, ਉਹਨੂੰ ਪਰਾਇਆ ਕਰ ਦਿੱਤਾ। ਪਰ ਮਹਾਰਾਜ ਜੀ ਕਹਿੰਦੇ ਇਉਂ ਨਾ ਕਰੋ। ਜੇ ਬਸ ਇੱਕ ਵਾਰੀ ਪ੍ਰਭੂ ਦਾ ਨਾਮ ਜਪਿਆ ਜਾਏ ਨਾ, ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜੇ ਉਹਨੂੰ ਵੀ ਇੱਕ ਵਾਰੀ ਨਾਰਾਇਣ ਪ੍ਰਭੂ ਦੀ ਸੁਧ ਆ ਗਈ, ਜਿਹੜਾ ਸਾਰੀ ਉਮਰ ਮੈਂ ਕਰਦਾ ਰਿਹਾ, ਅੰਤ ਵਿੱਚ ਉਹਨੇ ਤੂੰ ਕਰ ਲਿਆ, ਤੇ ਉਹਦੇ ਵੀ ਦੁੱਖ ਹਰ ਦਿੱਤੇ ਪਰਮਾਤਮਾ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮਾਨੋ,
ਜਿਹ ਘਟ ਰਾਮ ਸਮਾਵੈ। ਜੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਵਸ ਜਾਏ ਤਾਂ ਇਹ ਪ੍ਰਸ਼ੂ ਬਿਰਤੀ ਦਾ ਨਾਸ ਹੋਏਗਾ, ਤਾਂ ਇਹ ਮਤ ਸਮਝੇਗੀ। ਜਿਸ ਦਿਨ ਮਤ ਸਮਝੇਗੀ ਉਸ ਦਿਨ ਅਵੈੜਾ ਮਨ ਵੀ ਟਿਕਣ ਲੱਗ ਜਾਏਗਾ। ਉਸ ਦਿਨ ਮਤ ਇਹ ਨਹੀਂ ਕਹੇਗੀ ਕਿ ਚੱਲ ਬੱਦਾ ਚੱਟੀ ਬਾਣੀ ਪੜ੍ਹ ਲੈ, ਮਤ ਕਹੇਗੀ ਮਨ ਟਿਕ ਕੇ ਭਾਵੇਂ ਘੰਟਾ ਲੱਗੇ ਪਰ ਜਪ ਬਾਣੀ ਦਾ ਪਾਠ ਸੁਰਤ ਨਾਲ ਕਰਕੇ ਉੱਠਣਾ, ਸੁਰਤ ਨਾਲ ਕਰਕੇ ਉੱਠਣਾ। ਬਹੁਤ ਕਰ ਲਏ ਦੁਨੀਆ ਦੇ ਕਾਰਜ, ਪਰ ਇੱਕ ਇਹ ਵਾਲਾ ਕਾਰਜ ਹੁਣ ਟਿਕ ਕੇ ਕਰਨਾ, ਕਿਉਂਕਿ ਸਾਰੀ ਉਮਰ ਇੱਥੋਂ ਹੀ ਸ਼ੁਰੂ ਕੀਤਾ ਸੀ। 4 दिन मांग कर लाए थे उम्रे दराज, 2 आरजू में निकल गए 2 इंतजार में। इਉਂ ਨਾ ਹੋਏ ਕਿ ਹੁਣ ਜਿਹੜੇ ਬਾਕੀ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਹਿਰਦੇ ਦੇ ਅੰਦਰ ਉਸ ਪ੍ਰਭੂ ਦਾ ਰਮੇ ਹੋਏ ਦਾ ਚੇਤਾ ਕਰੀ। ਮਤ ਇਵੇਂ ਹੀ ਸਮਝੇਗੀ ਕਿ ਬਾਰੰਬਾਰ ਇਸ ਮਤ ਨੂੰ ਸਮਝਾਈਏ ਕਿ ਮਤ ਗੁਰੂ ਦੀ ਕਰਨੀ ਦੇ ਅਨੁਸਾਰ ਤੁਰੇ, ਗੁਰੂ ਦੇ ਕਹਿਆ ਨੂੰ ਮਾਨੇ, ਫਿਰ ਇਹ ਮਨ ਵੀ ਸਮਝੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ ਸਾਰੇ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਹ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੋਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਉ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸਨੇ ਹੀ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ